वाहिगुरू जी का खालसा वाहिगुरू जी की फतेह। पिछले दिनों तो एक मुद्दा काफ़ी भख रहा वा 16 तरीक ਨੂੰ 17 तरीक ਨੂੰ गुरुद्वारा ननकमता साहब डेरा कार सेवा विखे एक नामधारियों का प्रोग्राम कराया जाता। दो डायरैक्टर साहबान ने साडे नाल इन्हां नाल गलबात करांगे, इन्हां तो जानकारी लैंदे भी की मसला की है, कहानी की बनी, किवें वो उत्थे प्रोग्राम लिखिया गया जी। ਇਹ ਜਿਹੜੀ ਜੀ 2 ਦਿਨ ਵਾਲੀ ਜਿਹੜੀ ਘਟਨਾ 16 ਤੇ 17 ਤਰੀਕ ਦੀ ਜਿਹੜੀ ਘਟਨਾ ਨਾਨਕਮਤਾ ਕਾਰ ਸੇਵਾ ਵਿਖੇ ਹੋਈ ਹੈ, ਇਹ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ। ਇਹਦੇ ਵਿਚਕਾਰ ਅਸੀਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹਦੇ ਵਿਚਕਾਰ ਗੁਰਦੁਆਰਾ ਨਾਨਕਮਤਾ ਪ੍ਰਬੰਧਕ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ। नहीं पर उत्ते एक लैटर भी वायरल हो रहा ना नाल वो ਜਿਹੜੇ जनरल ਸਕੱਤਰ ने ਤੁਹਾਡੇ ਕਮੇਟੀ ਦੇ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਵੀ ਇਨਵੀਟੇਸ਼ਨ ਮਿਲਿਆ ਸਾਨੂੰ। ਫਿਰ ਕਮੇਟੀ ਦਾ ਤਾਂ ਲੈਣਾ ਦੇਣਾ ਹੈ ਹੀ ਇਹਦੇ ਵਿੱਚ ਨਹੀਂ। ਉਹ ਮੇਰਾ ਖਿਆਲ ਮੈਨੂੰ ਇਹ ਲੱਗਦਾ ਹੈਗਾ ਜੀ ਜਿਹੜੇ ਸਾਡੇ ਜਨਰਲ ਸਕੱਤਰ ਸਾਹਿਬ ਹੈਗੇ ਨੇ ਕਿ ਉਹਨਾਂ ਨੇ ਨਾ ਸਮਝੀ ਦੇ ਵਿਚਕਾਰ ਜਿਹੜੀ ਚਿੱਠੀ ਹੈਗੀ ਏ ਇਹ ਸਾਰੇ ਡਾਇਰੈਕਟਰਾਂ ਨੂੰ ਭੇਜੀ ਏ, ਅਤੇ ਉਹਨਾਂ ਨੂੰ ਇਹ ਚਿੱਠੀ ਨਹੀਂ ਸੀਗੀ ਭੇਜਣੀ ਚਾਹੀਦੀ, ਕਿਉਂਕਿ ਕੋਈ ਵੀ ਸੰਪਰਦਾ ਹੈਗੀ ਹੈ ਉਹ ਆਪਣੀ ਮਰਿਆਦਾ ਅਨੁਸਾਰ ਆਪਣੇ ਸਮਾਗਮ ਜਿਹੜੀ ਹੈ ਮਨਾ ਸਕਦੀ ਹੈ। ਲੇਕਿਨ ਸਾਨੂੰ ਸਭ ਤੋਂ ਵੱਡੀ ਤਕਲੀਫ ਉੱਥੇ ਇਸ ਗੱਲ ਦੀ ਹੋਈ ਹੈ ਵੀ ਜਿਹੜੀ ਖੁੱਲ੍ਹੇ ਆਮ ਜੇ ਤੇ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿਚਕਾਰ ਜਿਹੜੀ ਅਰਦਾਸ ਹੋਈ ਹੈ ਅਤੇ ਅਰਦਾਸ ਦੇ ਵਿਚਕਾਰ ਧੱਜੀਆਂ ਉਡਾਈਆਂ ਗਈਆਂ ਨੇਗੀਆਂ। ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਤੇ ਨਾਂ ਨਹੀਂ ਗਾ ਆ ਰਿਹਾ, ਅਤੇ 12ਵਾਂ ਗੁਰੂ ਜਿਹੜਾ ਹੈ ਉਹਨਾਂ ਨੇ ਆਪਣੀ ਸੰਪਰਦਾ ਦਾ ਉੱਥੇ ਦੱਸਿਆ ਗਿਆ ਹੈ। ਇਹ ਚੀਜ਼ਾਂ ਜਿਹੜੀਆਂ ਨੇਗੀਆਂ ਕਿ ਸਾਡੇ ਸਿੱਖ ਧਰਮ ਵਾਸਤੇ ਠੀਕ ਨਹੀਂ। ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਸਾਡੇ ਜਿੰਨੇ ਵੀ ਡਾਇਰੈਕਟਰ ਉੱਥੇ ਪਹੁੰਚੇ ਨੇਗੇ ਉਹਨਾਂ ਨੂੰ ਵੀ ਇਹਦੇ 'ਤੇ ਸੰਗਿਆਨ ਲੈਣਾ ਚਾਹੀਦਾ ਹੈ। ਮੇਰਾ ਖਿਆਲ 3 ਜਾਂ 4 ਡਾਇਰੈਕਟਰ ਪਹੁੰਚੇ ਨੇਗੇ, ਬਾਕੀ 18-19 ਡਾਇਰੈਕਟਰਾਂ ਦਾ ਉੱਥੇ ਕੋਈ ਇਸ ਸਮਾਗਮ ਦੇ ਨਾਲ ਲੈਣਾ ਦੇਣਾ ਨਹੀਂ ਹੈ। ਜਿਵੇਂ ਤੁਸੀਂ ਕਿਹਾ ਕਿ ਜਾਣਕਾਰੀ ਦੀ ਅਧੂਰੀ ਜਾਣਕਾਰੀ ਕਾਰਨ ਵੀ ਡਾਇਰੈਕਟਰ ਸਾਹਿਬ ਨੇ ਜਾਂ ਜਨਰਲ ਸਕੱਤਰ ਸਾਹਿਬ ਨੇ ਲੈਟਰ ਜਾਰੀ ਕਰ ਦਿੱਤਾ, ਠੀਕ ਹੈ ਜੀ। ਕੀ ਸਿੱਖ ਰਹਿਤ ਡਾਇਰੈਕਟਰ ਬਣੇ ਹੋਏ ਨੇ, ਜਨਰਲ ਸਕੱਤਰ ਵੀ ਤੁਸੀਂ ਬਣਾਇਆ ਹੋਇਆ, ਕਮੇਟੀ ਨੇ ਮਿਲ ਕੇ ਬਣਾਇਆ ਹੋਗਾ ਸਾਰਿਆਂ ਨੇ, ਕਿ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਜਾਂ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਗਾ ਕਿ ਨਾਮਧਾਰੀ ਸੰਪਰਦਾ ਵਾਲੇ ਇਹਨਾਂ ਕਿਸ ਤਰੀਕੇ ਦੇ ਨਾਲ ਪ੍ਰੋਗਰਾਮ ਕਰਦੇ ਨੇ ਜਾਂ ਇਹਨਾਂ ਦੀ ਅਰਦਾਸ ਦੇ ਵਿੱਚ ਕਿਵੇਂ ਉਲੰਘਣਾ ਕਰਦੇ ਨੇ, ਉਹਦੀ ਜਾਣਕਾਰੀ ਨਹੀਂ ਗੀ ਡਾਇਰੈਕਟਰ ਸਾਹਿਬ ਨੂੰ ਜਾਂ ਜਨਰਲ ਸਕੱਤਰ। ਨਹੀਂ, ਮੈਂ ਦੇਖੋ ਕੱਲ੍ਹ ਮੀਡੀਆ ਦੇ ਸਾਹਮਣੇ ਵੀ ਇੰਨੀ ਗੱਲ ਆਖੀ ਸੀਗੀ ਕਿ ਸਾਡੇ ਜਨਰਲ ਸਕੱਤਰ ਜਿਹੜੇ ਮੈਨੂੰ ਤਾਂ ਲੱਗਦਾ ਸੀਗਾ ਕਿ ਬੜੇ ਸੂਝਵਾਨ ਨੇਗੇ, ਲੇਕਿਨ ਕੱਲ੍ਹ ਉਹਨਾਂ ਦੀ ਮੌਜੂਦਗੀ ਦੇ ਵਿਚਕਾਰ ਜਿਹੜਾ ਇਹ ਸਾਰਾ ਕੰਮ ਉੱਥੇ ਹੋਇਆ ਹੈ, ਇਹ ਮੈਨੂੰ ਲੱਗਦਾ ਹੈ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਹੈ ਇਹ ਠੀਕ ਨਹੀਂ ਹੋਇਆ। ਨਹੀਂ, ਜਾਣ ਬੁੱਝ ਕੇ ਤਾਂ ਨਹੀਂ ਕੀਤਾ ਗਿਆ। ਹੋ ਸਕਦਾ ਕਿ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਸਿੱਖ ਸੰਗਤਾਂ ਨੂੰ ਜਾਂ ਭੜਕਾਉਣ ਦੀ ਵੀ ਅੱਜ ਕੱਲ੍ਹ ਇਹੋ ਜਿਹੇ ਕੰਮ ਕੀਤੇ ਜਾਂਦੇ। ਕੋਈ ਇਹੋ ਜਿਹਾ ਕਹਾਣੀ ਤਾਂ ਨਹੀਂ ਇਹਦੇ ਵਿੱਚ? ਅਤੇ ਜੀ ਇਹਦੇ ਵਿਚਕਾਰ ਤੇ ਤੁਸੀਂ ਹੁਣ ਜਿੱਦਾਂ ਸਾਡੇ ਬਿਆਨ ਲੈ ਰਹੇ ਹੈਗੇ ਹੋ, ਇਹ ਆਪ ਜੀ ਨੂੰ ਸਾਡੇ ਜਨਰਲ ਸਕੱਤਰ ਸਾਹਿਬ ਉੱਥੇ ਮੌਜੂਦ ਨੇ, ਉਹਨਾਂ ਦੇ ਕੋਲ ਜਾ ਕੇ ਪੁੱਛੋ ਵੀ ਕੀ ਕਾਰਨ ਰਿਹਾ ਹੈਗਾ ਹੈ, ਕਿਉਂਕਿ ਨਾਮਧਾਰੀ ਸੰਪਰਦਾ ਜਿਹੜੀ ਇੱਕ ਵੱਖਰੀ ਸੰਪਰਦਾ ਹੈਗੀ ਹੈ ਅਤੇ ਉਹਨਾਂ ਨੂੰ ਆਪਣੇ ਮਰਿਆਦਾ ਦੇ ਅਨੁਸਾਰ ਆਪਣੇ ਸਮਾਗਮ ਮਨਾਉਣੇ ਚਾਹੀਦੇ ਨੇਗੇ। ਲੇਕਿਨ ਨਾਨਕਮਤਾ ਸਾਹਿਬ ਵਰਗੀ ਪਾਵਨ ਪਵਿੱਤਰ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਤੀ ਹੈ, ਜੇ ਉੱਥੇ ਇੱਦਾਂ ਦੇ ਸਮਾਗਮ ਹੁੰਦੇ ਨੇ ਅਤੇ ਕਿਤੇ ਨਾ ਕਿਤੇ ਸੰਗਤ ਦੇ ਵਿਚਕਾਰ ਗਲਤ ਮੈਸੇਜ ਜਿਹੜਾ ਹੈ ਉਹ ਜਾਂਦਾ ਹੈ। ਨਾਨਕਮਤਾ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੁਹਾਡੀ ਗੱਲ ਹੋਈ ਇਸ ਵਿਸ਼ੇ ਦੇ ਉੱਤੇ? ਹਾਂਜੀ, ਲਗਾਤਾਰ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸਾਨੂੰ ਵੀ ਹਜ਼ਾਰਾਂ ਦੇ ਤਾਦਾਦ ਦੇ ਨਾਲ ਜਿਹੜੇ ਫੋਨ ਲੋਕਾਂ ਦੇ ਆ ਰਹੇ ਨੇਗੇ ਜਿਹੜੇ ਸਾਡੇ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਪਏ ਨੇ। ਇਸੇ ਤਰੀਕੇ ਦੇ ਨਾਲ ਹੀ ਮੇਰਾ ਖਿਆਲ ਹੈਗਾ ਕਿ ਚੁੱਕ ਸਾਹਿਬ ਦੇ ਕੋਲ ਵੀ ਬਹੁਤ ਸਾਰੇ ਫੋਨ ਜਾ ਰਹੇ ਨੇਗੇ। ਅਤੇ ਕੱਲ੍ਹ 20 ਤਰੀਕ ਹੈਗੀ ਹੈ ਸਾਡਾ ਉੱਥੇ ਦੀਵਾਲੀ ਦਾ ਸਮਾਗਮ ਹੈ ਅਤੇ ਅਸੀਂ ਉੱਥੇ ਮੀਟਿੰਗ ਬੁਲਾਈ ਹੈ ਅਤੇ 20 ਤਰੀਕ ਨੂੰ ਸਾਰੇ ਜਣੇ ਉੱਥੇ ਬੈਠਾਂਗੇ, ਇਹਦੇ ਉੱਤੇ ਚਰਚਾ ਕਰਾਂਗੇ ਜੀ ਅਸੀਂ 20 ਤਰੀਕ ਨੂੰ। ਉਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾਏਗਾ? ਹਾਂ, ਕੋਈ ਕਾਰਵਾਈ ਕਰਨ ਦਾ ਵੀ ਮਨ ਬਣਾਇਆ ਗਿਆ? ਨਹੀਂ, ਵੇਖੋ ਜੀ ਇੱਕ ਬਹੁਤ ਵੱਡਾ ਸਮਾਗਮ ਬੰਦੀ ਛੋੜ ਗੁਰਪੁਰਬ ਜਿਹੜਾ ਸਾਡਾ ਆ ਰਿਹਾ ਹੈ ਅਤੇ ਦੀਵਾਲੀ ਦਾ ਮੇਲਾ ਵੀ ਉੱਥੇ ਲੱਗਦਾ, ਲਗਭਗ 6-7 ਦਿਨ ਦਾ ਲਗਾਤਾਰ ਸਮਾਗਮ ਹੁੰਦੇ ਨੇਗੇ। ਅਤੇ ਹੁਣ ਇਹ ਬੜੀਆਂ ਵਿਪਰੀਤ ਪ੍ਰਸਥਿਤੀਆਂ ਦੇ ਵਿਚਕਾਰ ਉੱਥੇ ਕੰਮ ਹੋਇਆ ਅਤੇ ਇਹੋ ਜਿਹੇ ਸਮੇਂ ਕੰਮ ਹੋਇਆ ਹੈ ਅਤੇ ਅਸੀਂ ਅੱਜ ਵੀ ਸਾਰੇ ਜਿਹੜੇ ਬੈਠੇ ਸੀਗੇ ਸਾਰਿਆਂ ਨੇ ਸੋਚ ਸਮਝ ਕੇ ਨਿਰਣਾ ਲਿਆ ਹੈ ਵੀ ਇੱਕ ਵਾਰ ਦੀਵਾਲੀ ਵਾਲਾ ਜਿਹੜਾ ਪਾਵਨ ਪਵਿੱਤਰ ਦਿਹਾੜਾ ਹੈ ਅਤੇ ਬੰਦੀ ਛੋੜ ਗੁਰਪੁਰਬ ਹੈ, ਅਸੀਂ ਇਹਨਾਂ ਨੂੰ ਮਨਾ ਲਈਏ ਅਤੇ ਦੀਵਾਲੀ ਤੋਂ ਬਾਅਦ ਅਸੀਂ ਬਹਿ ਕੇ ਇਹਦੇ ਉੱਤੇ ਚਰਚਾ ਕਰਾਂਗੇ। ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਫੋਨ ਆ ਰਹੇ ਨੇਗੇ, ਲੋਕ ਸਾਡੇ ਨਾਲ ਸਵਾਲ ਜਵਾਬ ਕਰ ਰਹੇ ਨੇ ਕਿ ਸਾਡੇ ਕੋਲ ਜਵਾਬ ਦਿੰਦੇ ਨਹੀਂ ਬਣ ਰਿਹਾ, ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੀ ਸੰਗਤ ਦੇ ਸਾਹਮਣੇ ਆਈਏ, ਕਿਉਂਕਿ ਸਾਰੇ ਲੋਕ ਸੰਗਤ ਜਿਹੜੀ ਹੈ ਉਹ ਕਮੇਟੀ ਦੇ ਉੱਤੇ ਲਾਸ਼ਣ ਲਾ ਰਹੀ ਹੈ, ਲੇਕਿਨ ਕਮੇਟੀ ਦਾ ਇਹਦੇ ਵਿੱਚ ਘਰ ਕੋਈ ਲੈਣਾ ਦੇਣਾ ਨਹੀਂ ਹੈ। ਇਹ 3-4 ਡਾਇਰੈਕਟਰ ਦੇ ਜਿਹੜੇ ਸਾਡੇ ਜਨਰਲ ਸਕੱਤਰ ਸਾਹਿਬ ਜਿਹੜੇ ਉਸ ਮਾਮਲੇ ਦੇ ਵਿੱਚ ਘਰ ਸ਼ਾਮਲ ਨੇ ਉਹਨਾਂ ਦੀ ਜਵਾਬਦੇਹੀ ਹੈ, ਬਾਕੀ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਇਸ ਸਮਾਗਮ ਦੇ ਵਿੱਚ। ਭਾਈ ਸਾਹਿਬ, ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ ਵੀ ਕਮੇਟੀ ਦੀ ਜਵਾਬਦੇਹੀ ਤੁਸੀਂ ਮੰਨਦੇ ਹੋ ਕਿ ਹੈ ਕਿ ਨਹੀਂ ਹੈ? ਕਿਉਂਕਿ ਬਾਡੀ ਇੱਕ ਬਣੀ ਹੋਈ ਕਮੇਟੀ ਬਣੀ ਹੈ ਇੱਕ, ਠੀਕ ਹੈ ਜੀ, ਤੁਸੀਂ ਵੀ ਉਹਦੇ ਮੈਂਬਰ ਹੋ, ਫਿਰ ਜਵਾਬਦੇਹੀ ਤੋਂ ਕਿਵੇਂ ਭੱਜ ਸਕਦੇ ਹੋ? ਤੁਸੀਂ ਜਵਾਬ ਤਾਂ ਦੇਣਾ ਪਏਗਾ, ਤੁਹਾਨੂੰ ਵੀ ਦੇਣਾ ਪਏਗਾ, ਉਹ ਜ਼ਿੰਮੇਵਾਰੀ ਵੀ ਲੈਣੀ ਪਏਗੀ। ਨਹੀਂ, ਅਸੀਂ ਦੇਖੋ ਉੱਥੇ ਜੋ ਪ੍ਰੋਗਰਾਮ ਹੋਇਆ
ਇਹ ਨਾ ਤੇ ਕਮੇਟੀ ਦੀ ਸਲਾਹ ਨਾਲ ਹੋਇਆ ਹੈ ਤੇ ਨਾ ਹੀ ਕਮੇਟੀ ਵੱਲੋਂ ਇਹਦਾ ਕੋਈ ਯੋਗਦਾਨ ਦਿੱਤਾ ਗਿਆ ਹੈ। ਹੁਣ ਜੇ ਜਨਰਲ ਸਕੱਤਰ ਆਪਣੀ ਇੱਕ ਜੋ ਉਹਨਾਂ ਨੂੰ ਪਾਵਰ ਦਿੱਤੀ ਗਈ ਹੈ, ਇੱਕ ਲੈਟਰ ਜਾਰੀ ਕਰਨ ਦੀ ਪਾਵਰ ਜਨਰਲ ਸਕੱਤਰ ਕੋਲ ਹੁੰਦੀ ਹੈ, ਉਹ ਇੱਕ ਸਾਈਨਿੰਗ ਅਥਾਰਟੀ ਨੇ। ਹੁਣ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਨਾਲ, ਬਿਨਾਂ ਕਿਸੇ ਮਤੇ ਦੇ, ਬਿਨਾਂ ਕਿਸੇ ਪ੍ਰਸਤਾਵ ਪਾਸ ਹੋਏ ਦੇ, ਤੇ ਜੇ ਉਹ ਆਪਣੀ ਕੈਪੈਸਿਟੀ ਦੇ ਵਿੱਚ ਜੇ ਕੋਈ ਐਸੀ ਕੋਈ ਗਲਤ ਕੋਈ ਕੁਤਾਹੀ ਕਰਦੇ ਨੇ ਤੇ ਇਹਦੀ ਫਿਰ ਜਵਾਬਦੇਹੀ ਪੂਰੀ ਕਮੇਟੀ ਦੀ ਨਾ ਕਿ ਉਸ ਪਰਟੀਕੂਲਰ ਪਰਸਨ ਦੀ ਹੋਏਗੀ। ਮੰਨ ਲਓ ਕਿਸੇ ਦੇ ਹੱਥ 'ਚ ਕਿਰਪਾਨ ਹੈ ਤੇ ਕਿਰਪਾਨ ਚਲਾ ਦੇ ਤੇ ਜਵਾਬਦੇਹੀ ਤਾਂ ਫਿਰ ਉਹਦੀ ਹੋਏਗੀ। ਬਾਕੀ ਗੱਲ ਠੀਕ ਹੈ, ਸਾਡੇ ਜਨਰਲ ਸਕੱਤਰ ਨੇ, ਸਾਡੀ ਕੱਲ੍ਹ ਦੀ ਮੀਟਿੰਗ ਹੈ, ਕੱਲ੍ਹ ਨੂੰ ਉੱਥੇ ਮੀਟਿੰਗ ਦੇ ਵਿੱਚ ਪ੍ਰਸਤਾਵਿਤ ਭਾਵੇਂ ਨਹੀਂ ਹੈ ਮਤਾ, ਲੇਕਿਨ ਅਸੀਂ ਇਸ ਮਤੇ ਨੂੰ ਉੱਥੇ ਡਿਸਕਸ ਕਰਾਂਗੇ, ਉਹਨਾਂ ਕੋਲੋਂ ਇਹਦੀ ਜਵਾਬਦੇਹੀ ਮੰਗਾਂਗੇ। ਸਾਡੀ ਸੰਸਥਾ ਦਾ ਪੈਡ ਹੈ, ਉਹਨਾਂ 27 ਡਾਇਰੈਕਟਰਾਂ ਦੇ ਵਿੱਚ ਮੈਂਬਰਾਂ 'ਚ ਅਸੀਂ ਮੈਂਬਰ ਹੈਗੇ ਹਾਂ, ਉਹ ਸੰਸਥਾ ਦਾ ਪੈਡ ਇਸਤੇਮਾਲ ਹੋਇਆ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਜਨਰਲ ਸਕੱਤਰ ਜੀ ਆਪ ਸਰੀਰਕ ਰੂਪ ਵਿੱਚ ਉੱਥੇ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੇ ਨੇ, ਉੱਥੇ ਉਹ ਸਨਮਾਨਿਤ ਹੁੰਦੇ ਰਹੇ ਨੇ। ਛੋਟੇ ਸਕੱਤਰ ਹਰਭਜਨ ਸਿੰਘ ਜੀ ਉੱਥੇ ਸਨਮਾਨਿਤ ਹੋਏ ਨੇ ਤੇ ਸਾਡਾ ਬਿਲਕੁਲ ਜਵਾਬਦੇਹੀ ਹੈ ਤੇ ਅਸੀਂ ਜਵਾਬ ਕੱਲ੍ਹ ਉਹਨਾਂ ਤੋਂ ਮੰਗਾਂਗੇ। ਜੋ ਵੀ ਹੋਗੇ ਜਵਾਬ ਦੇਣਗੇ, ਕੱਲ੍ਹ ਅਸੀਂ ਸੰਗਤਾਂ ਦੇ ਸਾਹਮਣੇ ਉਹਨੂੰ ਓਪਨ ਕਰਾਂਗੇ। ਸੰਗਤਾਂ ਦਾ ਵੀ ਇਹ ਰੋਸ ਹੈ ਨਾ ਕਮੇਟੀ ਦੇ ਉੱਤੇ, ਇਸੇ ਕਰਕੇ ਸਵਾਲ ਚੁੱਕੇ ਜਾ ਰਹੇ ਨੇ, ਕਿਉਂਕਿ 15 ਤਰੀਕ ਨੂੰ ਲੈਟਰ ਜਾਰੀ ਹੁੰਦਾ ਵਾ, ਸਾਰਿਆਂ ਡਾਇਰੈਕਟਰ ਸਾਹਿਬਾਨ ਕੋਲ ਪਹੁੰਚ ਜਾਂਦਾ ਵਾ, ਠੀਕ ਹੈ। ਉਸ ਤੋਂ ਪਹਿਲਾਂ ਡਾਇਰੈਕਟਰ ਸਾਹਿਬਾਨ ਨੂੰ ਕੀ ਬਾਕੀ ਨੂੰ ਜਾਣਕਾਰੀ ਨਹੀਂ ਸੀ ਵੀ ਜਿਹੜੇ ਨਾਮਧਾਰੀ ਸੰਪਰਦਾ ਵਾਲੇ ਉਹ ਕਿਸ ਤਰੀਕੇ ਨਾਲ ਪ੍ਰੋਗਰਾਮ ਕਰਦੇ। ਤੁਹਾਨੂੰ ਉਸੇ ਟਾਈਮ ਮੀਟਿੰਗ ਸੱਦਣੀ ਚਾਹੀਦੀ ਸੀ, ਉਸੇ ਟਾਈਮ ਉੱਤੇ ਰੋਕ ਲਾਉਣੀ ਚਾਹੀਦੀ, ਜਾਂ ਉਸੇ ਟਾਈਮ ਸਪਸ਼ਟੀਕਰਨ ਆਪਣਾ ਦੇਣਾ ਚਾਹੀਦਾ ਹੈ। ਅੱਜ ਇੰਨੇ ਦਿਨਾਂ ਬਾਅਦ 2-3 ਦਿਨ ਹੋ ਗਏ ਨੇ ਇਸ ਗੱਲ ਨੂੰ, 2 ਦਿਨ ਮੇਰੇ ਹਿਸਾਬ ਨਾਲ ਹੋ ਗਏ ਨੇ, ਉਸ ਤੋਂ ਬਾਅਦ ਗੱਲ ਹੋ ਰਹੀ ਹੈ ਨਾ। ਦੇਖੋ ਦੇਖੋ ਵੀਰ ਜੀ, ਸਾਡੇ ਕੋਲ ਲੈਟਰ ਆਇਆ ਸੀਗਾ ਕਿਉਂਕਿ ਇਹ ਕਿਸੇ ਹੋਰ ਸੰਪਰਦਾ ਦਾ ਉਹਦੇ ਨਾਲ ਸੀਗਾ। ਬਾਕੀ ਤੁਸੀਂ ਦੇਖੋ ਉਸ ਡੇਰੇ ਬਾਰੇ ਸਾਰੀ ਚੀਜ਼ਾਂ ਜਾਣਦੇ ਹੋ। ਅਸੀਂ ਇਸ ਨਾਮਧਾਰੀ ਸੰਪਰਦਾ ਦੀ ਗਹਿਰਾਈ ਵਿੱਚ ਅਸੀਂ ਬਹੁਤ ਜ਼ਿਆਦਾ ਪਹਿਲੇ ਅੱਜ ਤੱਕ ਗਏ ਨਹੀਂ। ਇਹ ਅਰਦਾਸਾਂ ਅਸੀਂ ਨਹੀਂ ਸਨ ਸੁਣੀਆਂ ਕਿ ਇਸ ਤਰੀਕੇ ਦੇ ਨਾਲ ਉਹ ਕਰਦੇ ਨੇ, ਠੀਕ ਹੈ। ਸਾਨੂੰ ਪਤਾ ਤਾਂ ਸੀ ਕਿ ਸਾਡੇ ਇਹਨਾਂ ਦੇ ਨਾਲ ਡਿਫਰੈਂਸਿਸ ਬਹੁਤ ਜ਼ਿਆਦਾ ਹੈਗੇ ਨੇ। ਜਦੋਂ ਅਸੀਂ ਦੁਪਹਿਰ ਦੇ ਵੇਲੇ ਇਹ ਚੀਜ਼ਾਂ ਸਾਡੇ ਸਾਹਮਣੇ ਆਈਆਂ, ਅਸੀਂ ਹੱਕੇ ਬੱਕੇ ਰਹਿ ਗਏ। ਪਰ ਅਸੀਂ ਵੇਖਿਆ ਕਿਉਂਕਿ ਅਸੀਂ ਇੱਕ ਜ਼ਿੰਮੇਵਾਰ ਸੰਸਥਾ ਦੇ ਵਿੱਚ ਹਾਂ, ਮਤਲਬ ਬਿਲਕੁਲ ਕੋਤਾਹੀ ਦੇ ਵਿੱਚ, ਜਲਦਬਾਜ਼ੀ ਦੇ ਵਿੱਚ ਅਸੀਂ ਆਪਣੇ ਕੋਈ ਬਿਆਨ ਦੇ ਦਈਏ ਜਾਂ ਉੱਥੇ ਕੋਈ ਬੜੀ ਵੱਡੀ ਅਸੀਂ ਵਿਰੋਧ ਦੇ ਵਿੱਚ ਆ ਜਾਈਏ ਜਿਹਦੇ ਵਿੱਚ ਸਿੱਖ ਸਮਾਜ ਦੇ ਅੰਦਰ ਆਪਸ ਵਿੱਚ ਦੋਫਾੜ ਪੈਦਾ ਹੋ ਜਾਣ ਜਾਂ ਕੋਈ ਐਸੀ ਘਟਨਾ ਜ਼ਿਆਦਾ ਹੋ ਜਾਏ। ਇਸ ਕਰਕੇ ਅਸੀਂ 2 ਦਿਨ ਅਸੀਂ ਆਖਿਆ ਕਿ ਪਹਿਲੇ ਵੇਖੀਏ ਅਸੀਂ ਇਹ ਕਿਹੜੇ ਲੈਵਲ ਤੱਕ ਜਾ ਰਹੇ ਨੇ, ਵੇਖਣਾ ਚਾਹੁੰਦੇ ਸੀ। ਅਸੀਂ 2 ਦਿਨ ਵੇਖਿਆ ਤੇ ਉਸ ਤੋਂ ਨੈਕਸਟ ਡੇ ਅਸੀਂ ਆਪਣੀ ਪ੍ਰੈਸ ਕਾਨਫਰੰਸ ਸੰਗਤ ਨੂੰ ਕਲੀਅਰ ਕੀਤਾ ਹੈ। ਬਿਲਕੁਲ ਜੀ, ਸਹੀ ਗੱਲ ਹੈ ਡਾਇਰੈਕਟਰ ਸਾਹਿਬ। ਪਰ ਇੱਥੇ ਗੱਲ ਇੱਕ ਮੈਂ ਸਪਸ਼ਟ ਕਰਨੀ ਚਾਹੁੰਦਾ ਵਾਂ, ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਵਾ ਵੀ ਸਿੱਖ ਦਾ ਜੀਵਨ ਕਿੱਦਾਂ ਦਾ ਹੁੰਦਾ ਵਾ, ਸਿੱਖ ਦੀ ਪਰਿਭਾਸ਼ਾ ਕੀ ਹੈ। ਤੁਸੀਂ ਡਾਇਰੈਕਟਰ ਸਾਹਿਬਾਨ ਹੋ, ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਕਹੋਗੇ ਇਹ ਸਿੱਖ ਸੰਪਰਦਾ ਨਾਮਧਾਰੀ ਤੇ ਇਹ ਸਿੱਖ ਸੰਪਰਦਾ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹਦਾ ਨਿਸ਼ਚਾ ਨਹੀਂਗਾ, 10 ਗੁਰੂ ਸਾਹਿਬਾਨ ਤੇ ਜਿਨ੍ਹਾਂ ਦਾ ਨਿਸ਼ਚਾ ਨਹੀਂਗਾ। ਉਹ ਸਹੀ ਹੈ। ਅਸੀਂ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਵੀ ਪੂਰਾ ਵਿਰੋਧ ਕਰ ਰਹੇ ਹਾਂ। ਉਸ ਤੋਂ ਬਾਅਦ ਕੱਲ੍ਹ ਵੀ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ 'ਤੇ ਤੁਸੀਂ ਸਾਨੂੰ, ਅਸੀਂ ਵੇਖੋ, ਇੱਕ ਸਾਨੂੰ ਸੰਗਤ ਨੇ ਗੁਰਦੁਆਰੇ ਤੋਂ ਡੈਲੀਗੇਟ ਬਣਾਇਆ, ਡੈਲੀਗੇਟਾਂ ਨੇ ਸਾਨੂੰ ਡਾਇਰੈਕਟਰ ਬਣਾਇਆ, ਡਾਇਰੈਕਟਰਾਂ ਨੇ ਫਿਰ ਅੱਗੇ ਕਮੇਟੀ ਬਣਾਈ। ਅਸੀਂ ਵੀ ਤੁਹਾਡੇ ਵਿਚਕਾਰੋਂ ਇੱਕ ਹੈਗੇ ਹਾਂ। ਮਤਲਬ ਜੇ ਇਹ ਸੋਚਿਆ ਜਾਵੇ ਕਿ ਇਹ 27 ਡਾਇਰੈਕਟਰ ਉੱਥੇ ਜਾ ਕੇ ਕਿ ਕੋਈ ਮਤਲਬ ਆਪਣੇ 27 ਦੇ 27 ਮੈਂਬਰ 'ਚੋਂ ਪਹਿਲੀ ਗੱਲ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹ ਸਾਨੂੰ ਆਈਡੈਂਟੀਫਾਈ ਤਾਂ ਕਰੋ, ਅਸੀਂ 27 ਦੇ ਵਿੱਚੋਂ ਕਿੰਨੇ ਲੋਕ ਆ ਜਿਹੜੇ ਇਹਦੇ ਵਿਰੋਧ ਵਿੱਚ ਖੜੇ ਆ। ਸਾਡੇ ਵਿੱਚੋਂ ਅੱਧੇ ਬੰਦੇ ਤੇ ਉਹਨਾਂ ਦੀ ਸਪੋਰਟ ਜਾ ਕੇ ਖੜੇ ਹੋ ਜਾਂਦੇ ਨੇ। ਅਸੀਂ ਤੇ ਫਿਰ ਵੀ ਪੂਰੀ ਜਾਨ ਲਾ ਕੇ ਆਪਦੇ ਤਨ ਮਨ ਧਨ ਨਾਲ ਹਰ ਚੀਜ਼ ਨੂੰ ਅਸੀਂ ਵਿਰੋਧ ਕਰ ਰਹੇ ਹਾਂ। ਸਾਡੀ ਬੇਨਤੀ ਹੈ ਕਿ ਤੁਹਾਡੀ ਅੱਗੇ ਮੀਡੀਆ ਅੱਗੇ ਤੇ ਸੰਗਤ ਅੱਗੇ ਉਹਨਾਂ ਡਾਇਰੈਕਟਰਾਂ ਨੂੰ ਆਈਡੈਂਟੀਫਾਈ ਕਰੋ ਇੱਕ ਵਾਰੀ ਕਿ ਉਹਨਾਂ ਦੀ ਫੇਵਰ ਵਿੱਚ ਕਿਹੜੇ ਨੇ, ਉੱਥੇ ਜਾ ਕੇ ਖੜੇ ਕਿਹੜੇ ਹੋਏ ਨੇ। ਕੱਲ੍ਹ ਨੂੰ ਅਸੀਂ ਕਮੇਟੀ ਵਿੱਚ ਬਹਿਣਾ ਹੈ, ਮੰਨ ਲਓ ਸਾਡੇ ਸਾਹਮਣੇ ਹੀ 13-14 ਡਾਇਰੈਕਟਰ ਖੜੇ ਹੋ ਜਾਣ ਕਿ ਨਹੀਂ ਜੀ ਸਾਨੂੰ ਗੁਰੂ ਦੀ ਇੱਜ਼ਤ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਫਿਰ ਅਸੀਂ ਕੀ ਕਰਾਂਗੇ ਉੱਥੇ? ਜੋ ਸੰਵਿਧਾਨਕ ਤਰੀਕਾ ਸੰਵਿਧਾਨਕ ਤਰੀਕੇ ਦੇ ਨਾਲ ਹੋਏਗਾ। ਬਿਲਕੁਲ ਜੀ। ਨਿਰਮਲ ਸਿੰਘ ਜੀ, ਮੈਂ ਬਸ ਜ਼ਿਆਦਾ ਨਹੀਂ ਸਮਾਂ ਲਾਂਗਾ, ਹੁਣ ਤੁਹਾਡਾ ਜਾਣਕਾਰੀ ਲਾਸਟ 'ਚ ਇਹੋ ਹੀ ਜਾਣਨਾ ਚਾਹੁੰਦਾ ਵੀ ਸੰਗਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਔਰ ਦੂਜੀ ਗੱਲ ਇਹ ਆ ਵੀ ਡਾਇਰੈਕਟਰ ਸਾਹਿਬਾਨ ਦਾ ਜੀਵਨ ਜਾਂ ਉਹਨਾਂ ਨੂੰ ਸਿੱਖ ਧਰਮ ਬਾਰੇ ਕੀ ਜਾਣਕਾਰੀ ਹੈ, ਕੀ ਨਹੀਂ, ਇਹਦੇ ਬਾਰੇ ਵੀ ਤੁਸੀਂ ਵੇਖੋ, ਤੁਸੀਂ ਦੱਸਣਾ ਨਾ ਵੀ ਕਿਹੜਾ ਡਾਇਰੈਕਟਰ ਕਿੱਥੇ ਖਲੋਤਾ ਵਾ। ਇਹ ਜਾਣਕਾਰੀ ਤੇ ਬਾਕੀਆਂ ਨੇ ਦੇਣੀ ਹੈ, ਜਿਹੜਾ ਨਹੀਂ ਖਲੋਤਾ ਸਿੱਖ ਧਰਮ ਦੇ ਨਾਲ ਔਰ ਸਿੱਖ ਧਰਮ ਦੇ ਸੰਸਥਾ ਦੇ ਵਿੱਚ ਉਹ ਮੈਂਬਰ ਵੀ ਆ, ਡਾਇਰੈਕਟਰ ਵੀ ਆ, ਇਹਦੀ ਜਾਣਕਾਰੀ ਤੁਸੀਂ ਨਾਲ ਰਹਿੰਦੇ ਹੋ, ਤੁਸੀਂ ਦੇਣੀ ਆ ਵੀ ਉਹਨੂੰ ਕਿੰਨੀ ਕੁ ਜਾਣਕਾਰੀ, ਕਿੰਨੀ। ਸੰਗਤਾਂ ਨੇ ਤਾਂ ਸਵਾਲ ਵੇਖੋ ਜੀ ਜਦੋਂ ਕਰਨੇ ਆ ਉਦੋਂ ਸਾਰਿਆਂ 'ਤੇ ਕਰਨੇ ਆ, ਮੀਡੀਆ ਨੇ ਵੀ ਜਦੋਂ ਸਵਾਲ ਕਰਨੇ ਆ ਉਹਨੂੰ ਸਾਰਿਆਂ 'ਤੇ ਕਰਨੇ ਆ। ਤੇ ਸੰਗਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਬਾਕੀ ਡਾਇਰੈਕਟਰ ਸਾਹਿਬਾਨ ਬਾਰੇ ਤੁਹਾਡਾ ਕੀ ਕਹਿਣਾ? ਮੈਂ ਉਹੀ ਗੱਲ ਕਹਿਣਾ ਚਾਹੁੰਦਾ ਵੀ ਵੇਖੋ ਜੀ, ਇਹ ਜਿਹੜੇ 3-4 ਡਾਇਰੈਕਟਰਾਂ ਦੀ ਗਲਤੀ ਦੀ ਵਜ੍ਹਾ ਦੇ ਨਾਲ ਅੱਜ ਸਾਰੀ ਕਮੇਟੀ ਬਦਨਾਮ ਹੋ ਰਹੀ ਹੈ। ਇਹ ਨਹੀਂ ਹੋਣੀ ਚਾਹੀਦੀ। ਪ੍ਰਿਤਪਾਲ ਭਾਜੀ ਨੇ ਵੀ ਆਖਿਆ ਨਾ, ਘੱਟ ਤੋਂ ਘੱਟ ਉੱਥੇ ਤੁਸੀਂ ਚਿੰਨ੍ਹਿਤ ਤੇ ਕਰੋ ਨਾ
ਆਓ ਪਰਸੋਂ ਕੱਲ ਸਾਡੀ ਮੀਟਿੰਗ ਹੈਗੀ ਹੈ, ਉਹਦੇ ਵਿੱਚ ਘਰ ਆਓ, ਆ ਕੇ ਤੁਸੀਂ ਉੱਥੇ ਵੇਖੋ ਵੀ ਕਿਹੜਾ ਬੰਦਾ ਕਿਹੜੀ ਬੋਲੀ ਬੋਲਦਾ ਹੈਗਾ ਵਾ। ਅਸੀਂ ਉੱਥੇ ਬੜੀ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਘਰ ਕੰਮ ਕਰ ਰਹੇ ਹਾਂ। ਅਸੀਂ 18-19 ਜਿਹੜੇ ਹੈਗੇ ਆ, ਅਸੀਂ ਮਰਿਆਦਾ ਅਨੁਸਾਰ ਯਥਾ ਸੰਭਵ ਜਿੰਨਾ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਹੈ ਅਸੀਂ ਨਾਨਕ ਮਤਾ ਸਾਹਿਬ ਦੀ ਸੇਵਾ ਕਰ ਰਹੇ ਹਾਂ। ਇਹ ਸਵਾਲ ਉਹਨਾਂ ਨੂੰ ਪੁੱਛੋ। ਮੇਰਾ ਖਿਆਲ ਹੈਗਾ ਕਿ ਹਲਦਵਾਨੀ ਦੀ ਸੰਗਤ ਬੜੀ ਸੂਝਵਾਨ ਹੈ। ਉਹਨਾਂ ਨੇ ਹੁਣ ਕੀ ਸਮਝ ਕੇ ਸਰਦਾਰ ਅਮਰਜੀਤ ਸਿੰਘ ਨੂੰ ਉੱਥੇ ਜਨਰਲ ਸੈਕਟਰੀ ਬਣਾ ਕੇ ਭੇਜਿਆ ਹੈਗਾ ਹੈ ਕਿ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਘਰ ਇਹ ਸਾਰੇ ਕੰਮ ਹੁੰਦੇ ਪਏ ਨੇਗੇ ਅਤੇ ਉਹਨਾਂ ਦਾ ਕੋਈ ਜਵਾਬ ਨਹੀਂ। ਇਹ ਜਵਾਬਦੇਹੀ ਉਹਨਾਂ ਦੀ ਹੈਗੀ ਹੈ, ਸਾਡੀ ਨਹੀਂ ਗੀ। ਅਸੀਂ ਕੱਲ੍ਹ ਵੀ ਮੀਡੀਆ ਦੇ ਸਾਹਮਣੇ ਪੇਸ਼ ਹੋਏ ਹੈਗੇ ਹਾਂ ਆਪਣਾ ਪੱਖ ਰੱਖਣ ਵਾਸਤੇ। ਅੱਜ ਵੀ ਅਸੀਂ ਆਪ ਜੀ ਦੇ ਕੋਲ ਆਪਣਾ ਪੱਖ ਰੱਖਦੇ ਪਏ ਹੈਗੇ ਹਾਂ। ਘੱਟ ਤੋਂ ਘੱਟ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇਗੀਆਂ। ਉਹਦੇ ਤੋਂ ਬਾਅਦ ਵੀ ਇਹ ਸਾਰਾ ਸਿੱਖ ਸਾਡੀ ਟੀਮ ਜਿਹੜੀ ਹੈਗੀ ਹੈ, ਭਾਵੇਂ ਉਹ ਉੱਤਰਾਖੰਡ ਦੀ ਹੈ ਭਾਵੇਂ ਯੂਪੀ ਦੀ ਹੈਗੀ ਹੈ, ਇਹ ਸਾਰੇ ਜੋ ਵੀ ਨਿਰਣੇ ਲੈਣਗੇ ਅਸੀਂ ਇਹਨਾਂ ਦੇ ਨਾਲ ਖਲੋਤੇ ਹੈਗੇ ਆ ਜੀ। ਮਰਿਆਦਾ ਅਨੁਸਾਰ ਕੰਮ ਹੋਣਾ ਚਾਹੀਦਾ ਨਾਨਕ ਮਤਾ ਸਾਹਿਬ ਦਾ, ਉਹਦੇ ਵਾਸਤੇ ਅਸੀਂ ਤਨ ਮਨ ਧਨ ਦੇ ਨਾਲ ਤਿਆਰ ਹਾਂ। ਇੱਕ ਬੇਨਤੀ ਮੈਂ ਕਰਨੀ ਵੀਰ ਜੀ, ਗੁਰਦੁਆਰਾ ਨਾਨਕ ਮਤਾ ਸਾਹਿਬ ਅਸੀਂ 27 ਡਾਇਰੈਕਟਰ ਉੱਥੇ ਚੁਣ ਕੇ ਗਏ। ਅਸੀਂ ਉੱਥੋਂ ਦੇ ਸੰਸਥਾ ਦੇ ਮੈਂਬਰ ਹਾਂ। ਸਾਡੇ ਅਮਰਜੀਤ ਸਿੰਘ ਜੀ ਸੰਸਥਾ ਦੇ ਜਨਰਲ ਸਕੱਤਰ ਨੇ, ਹਰਬੰਸ ਸਿੰਘ ਚੁੱਗ ਜੀ ਸੰਸਥਾ ਦੇ ਪ੍ਰਧਾਨ ਨੇ। ਕਮੇਟੀ ਦਾ ਰਿਨਿਊਵਲ ਰੁਕਿਆ ਪਿਆ ਸੁਸਾਇਟੀ ਦਾ। ਉਹ ਸੁਸਾਇਟੀ ਦੇ ਰਿਨਿਊਵਲ ਦੇ ਵਿੱਚ ਜਨਰਲ ਸਕੱਤਰ ਜੀ ਸਾਡੇ ਸਾਈਨ ਨਹੀਂ ਕਰ ਰਹੇ। ਅੱਛਾ ਜੀ। ਉਹ ਕਹਿੰਦੇ ਨੇ ਅਸੀਂ ਰਿਨਿਊ ਨਹੀਂ ਹੋਣ ਦੇਵਾਂਗੇ। ਪ੍ਰਧਾਨ ਜੀ ਨੇ ਚਿੱਠੀਆਂ ਲਿਖ ਕੇ ਤਰਲੇ ਕਰਕੇ ਕਮੇਟੀ ਦੇ ਗਰੁੱਪ ਦੇ ਵਿੱਚ ਪਾਇਆ। ਇੱਕ ਬੰਦੇ ਨੂੰ ਆਖਿਆ ਕਿ ਸੁਸਾਇਟੀ ਤੇ ਸਾਡੀ ਸਾਂਝੀ ਹੈ, ਜੇ ਸੁਸਾਇਟੀ ਰਿਨਿਊ ਨਾ ਹੋਈ ਕੋਈ ਪੰਗਾ ਪੈ ਗਿਆ, ਕਾਹਦੇ ਜਨਰਲ ਸਕੱਤਰ, ਕਾਹਦੇ ਪ੍ਰਧਾਨ, ਕਾਹਦੇ ਡਾਇਰੈਕਟਰ। ਹੁਣ ਜਿਹੜਾ ਸਾਂਝਾ ਕੰਮ ਹੈ 27 ਮੈਂਬਰਾਂ ਦਾ, ਜੇ ਸੰਸਥਾ ਨੂੰ ਕੋਈ ਖਤਰਾ, ਕੋਈ ਟੈਕਨੀਕਲ ਪ੍ਰੋਬਲਮ, ਕੋਈ ਸੰਵਿਧਾਨਿਕ, ਕੋਈ ਕਾਗਜ਼ੀ ਕਾਰਵਾਈ 'ਚ ਕੋਈ ਗੜਬੜ ਹੁੰਦੀ ਹੈ, ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਹੁਣ ਪੁੱਛੋ ਨਾ, ਇੱਕੋ ਧੜੇ ਦੇ 7-8 ਮੈਂਬਰ ਉਹਦੇ ਤੇ ਸਾਈਨ ਨਹੀਂ ਕਰ ਰਹੇ ਨੇ। ਹਾਂਜੀ, ਇਹ ਜਨਰਲ ਸਕੱਤਰ ਦੀ ਅਗਵਾਈ ਦੇ ਵਿੱਚ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ, ਕਿਉਂ ਨਹੀਂ ਸਾਈਨ ਕਰ ਰਹੇ? ਮੇਰੀ ਬੇਨਤੀ ਆਪ ਜੀ, ਸਾਡੇ ਇੱਕ ਵਾਰੀ ਜਨਰਲ ਸਕੱਤਰ ਜੀ ਨੂੰ ਇੱਕ ਵਾਰੀ ਸਵਾਲ ਪੁੱਛੋ। ਬਿਲਕੁਲ ਜੀ, ਜਨਰਲ ਸਕੱਤਰ ਸਾਹਿਬ ਜੀ ਨਾਲ ਫੋਨ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸਾਂ, ਪਰ ਨਹੀਂ ਹੋ ਪਾਇਆ। ਕੋਸ਼ਿਸ਼ ਕਰਾਂਗੇ, ਜਦੋਂ ਵੀ ਮੁਲਾਕਾਤ ਹੋਏਗੀ ਜਾਂ ਜਦੋਂ ਵੀ ਮਿਲੇ ਸਾਨੂੰ, ਅਸੀਂ ਸਵਾਲ ਜ਼ਰੂਰ ਪੁੱਛਾਂਗੇ ਉਹਨਾਂ ਨੂੰ, ਔਰ ਹਰ ਤਰੀਕੇ ਨਾਲ ਸਵਾਲ ਪੁੱਛਾਂਗੇ। ਹਾਂਜੀ। ਜਿਹੜੀਆਂ ਇੰਨੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਵੀ ਸਾਈਨ ਨਹੀਂ ਕੀਤੇ ਜਾਂ ਧੜੇਬੰਦੀ ਚੱਲ ਰਹੀ ਹੈ ਉਹਦੇ ਵਿੱਚ, ਤਾਂ ਤੁਹਾਨੂੰ ਉਹ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਵੀ ਮੀਡੀਆ ਨੂੰ ਸੱਦ ਕੇ ਜਾਂ ਪ੍ਰੈਸ ਕਾਨਫਰੰਸ ਕਰਕੇ ਜਾਂ ਪ੍ਰੈਸ ਨੋਟ ਕੱਢ ਕੇ ਵੀ ਕਰਨੀਆਂ ਚਾਹੀਦੀਆਂ ਨੇ। ਹੋ ਸਕਦਾ ਤੁਸੀਂ ਕੀਤੀਆਂ ਵੀ ਹੋਣਗੀਆਂ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕੀਤੀਆਂ ਹੋਣਗੀਆਂ, ਪਰ ਵੱਧ ਤੋਂ ਵੱਧ ਸੰਗਤਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਦੁਬਾਰਾ ਇਹੋ ਜਿਹੀ ਸਿਚੁਏਸ਼ਨ ਨਾ ਬਣੇ ਕਿ ਮੰਨ ਲਓ ਗਲਤੀ ਤੁਸੀਂ ਕੀਤੀ ਆ ਔਰ ਭੁਗਤਣੀ ਨਿਰਮਲ ਸਿੰਘ ਜੀ ਨੂੰ ਪਏ। ਮਤਲਬ ਇਹ ਵੀ ਚੀਜ਼ ਇੱਕ ਮੰਨਣ ਵਾਲੀ ਆ, ਅਸੀਂ ਮੰਨਦੇ ਹਾਂ ਤੁਹਾਡੇ ਨਾਲ ਆ, ਪਰ ਸੰਗਤਾਂ ਦਾ ਜਿਹੜਾ ਰੋਸ ਆ ਉਹ ਵੀ ਜਾਇਜ਼ ਆ। ਉਹ 'ਤੇ ਤੁਹਾਨੂੰ ਜ਼ਿੰਮੇਵਾਰੀ, ਸਮੂਹਿਕ ਰੂਪ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਏਗੀ ਜੀ। ਵੀਰ ਜੀ, ਸਾਡੀ ਜ਼ਿੰਮੇਵਾਰੀ ਇਹ ਹੈ ਕਿ ਜਿਹੜਾ ਹੁਣ ਇਹ ਮਾੜਾ ਕੰਮ ਹੋਇਆ ਮਰਿਆਦਾ ਦੇ ਖਿਲਾਫ, ਜੇ ਅਸੀਂ ਇਸ ਦੇ ਵਿੱਚ ਅਵੇਸਲੇ ਹੋ ਕੇ ਘਰ ਬਹਿ ਜਾਈਏ, ਅਸੀਂ ਇਸ ਦੇ ਵਿੱਚ ਕੋਈ ਆਵਾਜ਼ ਨਾ ਚੁੱਕੀਏ, ਅਸੀਂ ਇਹਦੇ ਵਿੱਚ ਆਪਣਾ ਰੋਸ਼ ਪ੍ਰਗਟ ਨਾ ਕਰੀਏ, ਤੇ ਅਸੀਂ ਬਿਲਕੁਲ ਗੁਨਾਹਗਾਰਾਂ ਦੀ ਲਾਈਨ ਦੇ ਵਿੱਚ ਅਸੀਂ ਜਾ ਕੇ ਖੜੇ ਹੋ ਜਾਵਾਂਗੇ। ਜੇ ਇਸ ਗੱਲ ਦਾ ਸਾਨੂੰ ਰੋਸ਼ ਹੈ, ਅਸੀਂ ਪੂਰਾ ਇਹਦਾ ਵਿਰੋਧ ਕਰ ਰਹੇ ਹਾਂ, ਪਰ ਫਿਰ ਸਾਨੂੰ ਇਹ ਵੇਖਣਾ ਪਏਗਾ ਕਿ ਕਿਹੜੇ ਲੋਕ ਨੇ ਜਿਹੜੇ ਇਹਨਾਂ ਦੀ ਫੇਵਰ ਦੇ ਵਿੱਚ ਖੜੇ ਨੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕੌਣ ਬਚਾ ਰਹੇ ਨੇ, ਤੇ ਕਿਹੜੇ ਉੱਥੇ ਜਾ ਕੇ ਸ਼ਾਮਿਲ ਹੋਏ ਨੇ, ਤੇ ਫਿਰ ਜ਼ਿੰਮੇਵਾਰ ਉਹ ਰਹਿਣਗੇ। ਜੇ ਅਸੀਂ ਇਹਦੇ 'ਚ ਵਿਰੋਧ ਵਿੱਚ ਨਾ ਖੜੇ ਹੋ ਕੇ ਇਹਨਾਂ ਦੀ ਸਪੋਰਟ 'ਚ ਖੜੇ ਹੋਈਏ, ਫਿਰ ਸਾਡਾ ਗੁਨਾਹ ਹੈ, ਅਸੀਂ ਦੋਸ਼ੀ ਹਾਂ। ਪਰ ਜੇ ਅਸੀਂ ਖੁਦ ਵਿਰੋਧ ਵਾਲੀ ਲਾਈਨ ਦੇ ਵਿੱਚ ਖੜੇ ਹਾਂ, ਫਿਰ ਸਾਨੂੰ ਤੁਸੀਂ ਕਿਵੇਂ ਦੋਸ਼ੀ, ਕਿਹੜੇ ਤਰੀਕੇ ਨਾਲ ਠਹਿਰਾਓਗੇ, ਸਾਨੂੰ ਉਹ ਵੀ ਦੱਸ ਦਿਓ। ਬਿਲਕੁਲ ਜੀ, ਧੰਨਵਾਦ। ਜਿਵੇਂ ਪ੍ਰਿਤਪਾਲ ਸਿੰਘ ਜੀ ਨੇ ਦੱਸਿਆ ਔਰ ਨਿਰਮਲ ਸਿੰਘ ਜੀ ਨੇ ਵੀ ਕਿਹਾ ਵੀ ਮੀਟਿੰਗ ਹੋਣੀ ਆ, ਉੱਥੇ ਮੀਟਿੰਗ ਦੇ ਵਿੱਚ ਤੁਸੀਂ ਵੀ ਆਓ, ਪਰ ਮੀਟਿੰਗ ਜਿਹੜੀ ਆ ਉਹ ਕਮੇਟੀ ਦੇ ਡਾਇਰੈਕਟਰਾਂ ਦੀ ਹੋਣੀ ਆ, ਉਹ 'ਚ ਮੀਡੀਆ ਨਹੀਂ ਅਲਾਓ ਹੋਏਗਾ। ਮੈਨੂੰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ ਮੀਡੀਆ ਨੂੰ ਆਉਣ ਦੀ ਉਹ 'ਤੇ ਪਰਮਿਸ਼ਨ ਨਹੀਂ ਹੋਏਗੀ। ਇਸ ਕਰਕੇ ਸਾਨੂੰ ਜੋ ਵੀ ਜਾਣਕਾਰੀ ਮਿਲੇਗੀ ਉਹ ਡਾਇਰੈਕਟਰਾਂ ਦੇ ਥਰੂ ਹੀ ਮਿਲੇਗੀ, ਔਰ ਇਹਨਾਂ ਨੇ ਹੀ ਦੱਸਣਾ ਵਾ। ਅਸੀਂ ਸਵਾਲ ਇਹਨਾਂ ਨੂੰ ਹੀ ਪੁੱਛਦੇ ਰਹਿਣਾ ਵਾ, ਔਰ ਜੋ ਵੀ ਕੰਮ ਹੋਇਆ ਬਹੁਤ ਹੀ ਮੰਦਭਾਗਾ ਹੋਇਆ ਵਾ। ਗੁਰਰਹਿਤ ਮਰਿਆਦਾ ਦੇ ਅਨੁਸਾਰ ਇਹ ਕੰਮ ਕਦੇ ਵੀ ਕੋਈ ਵੀ ਸਿੱਖ ਜਿਹੜਾ ਵਾ ਇਹਨੂੰ ਐਕਸੈਪਟ ਨਹੀਂ ਕਰੇਗਾ, ਇਸ ਨੂੰ ਮੰਨੇਗਾ ਨਹੀਂ। ਔਰ ਸਿੱਖਾਂ ਦੇ ਵਿੱਚ ਰੋਸ ਵੀ ਆ, ਸੰਗਤਾਂ ਦੇ ਵਿੱਚ ਰੋਸ ਵੀ ਆ। ਅੱਗੇ ਹੁਣ ਵੇਖਾਂਗੇ ਅੱਗੇ ਇਸ 'ਤੇ ਕੀ ਕਮੇਟੀ ਦੇ ਬਾਕੀ ਡਾਇਰੈਕਟਰ ਸਾਹਿਬਾਨ ਕੀ ਇਹ 'ਤੇ ਕਾਰਵਾਈ ਕਰਦੇ ਨੇ, ਜਾਂ ਪ੍ਰਧਾਨ ਸਾਹਿਬ ਕੀ ਕਾਰਵਾਈ ਕਰਦੇ ਨੇ, ਜਾਂ ਜਿਹੜੀ ਜਥੇਬੰਦੀ ਵੱਲੋਂ ਇਹ ਪ੍ਰੋਗਰਾਮ ਉੱਥੇ ਆਪਣੇ ਡੇਰੇ ਦੇ ਵਿੱਚ ਕਰਾਇਆ ਗਿਆ ਵਾ, ਉਹਦੇ ਜਿਹੜੇ ਮਤਲਬ ਜਥੇਦਾਰ ਸਾਹਿਬਾਨ ਨੇ ਇੱਥੇ ਦਿੱਲੀ ਬੈਠੇ ਨੇ ਜਾਂ ਕਿਤੇ ਹੋਰ ਜਗ੍ਹਾ 'ਤੇ ਵੀ ਨੇ, ਉਹ ਕੀ ਕਾਰਵਾਈ ਕਰਦੇ ਨੇ। ਜਾਂ ਇਹ 'ਚ ਗੱਲ ਇੱਕ ਹੋਰ ਵੀ ਸੋਚਣ ਵਾਲੀ ਆ ਵੀ ਜਿਹੜੇ ਡਾਇਰੈਕਟਰ ਸਾਹਿਬਾਨ ਜਾਂ ਅਸੀਂ ਡੈਲੀਗੇਟ ਚੁਣ ਕੇ ਘੱਲਦੇ ਆ, ਇਹ ਸਾਨੂੰ ਸਭ ਤੋਂ ਪਹਿਲਾਂ ਸੰਗਤਾਂ ਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਫਿਰ ਸਵਾਲ ਚੁੱਕਿਆ ਜਾਏਗਾ, ਗੁੱਸਾ ਆ ਜਾਂਦਾ ਵਾ, ਜਾਂ ਰੋਸ ਆ ਲੋਕਾਂ ਦਾ ਵੀ ਉਹ ਕਿਹੜੇ ਹਿਸਾਬ ਨਾਲ ਤੁਸੀਂ ਚੁਣ ਕੇ ਘੱਲਿਆ, ਕਿ ਉਹਨਾਂ ਦਾ ਜੀਵਨ ਕੀ ਆ, ਉਹਨਾਂ ਨੂੰ ਰਹਿਤ ਮਰਿਆਦਾ ਦੇ ਬਾਰੇ ਨਹੀਂ ਪਤਾ। ਠੀਕ ਹੈ ਜੀ, ਉਹਨਾਂ ਦਾ ਜੀਵਨ ਕੀ ਆ, ਔਰ ਇਹ ਵੀ ਕਾਫੀ ਇਲਜ਼ਾਮ ਲੱਗ ਰਹੇ ਨੇ। ਇਹਨਾਂ 'ਤੇ ਵੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ ਜੀ, ਤੁਸੀਂ ਵੇਖਦੇ ਹੋ ਕੁਐਸਚਨ TV। ਮੈਂ ਹਾਂ ਬਘੇਲ ਸਿੰਘ ਕਾਲੋਂ।